ਹਸਤ ਖੇਲਤ ਤੇਰੇ ਦਿਉਰੇ ਆਇਆ। ਅਗਲਾ ਵਿਅੰਗ। ਜਥੇਦਾਰ ਜੀ ਜਦੋਂ ਦਿੱਲੀ ਜਾਂਦੇ ਤਾਂ ਰਾਤ ਨੂੰ ਠਹਿਰ ਇਹ ਰਕਾਬਗੰਜ ਸਾਹਿਬ ਗੁਰਦੁਆਰਾ ਵਿਖੇ ਕਰਿਆ ਕਰਦੇ ਹਨ। ਇਸੇ ਹੀ ਗੁਰਦੁਆਰੇ ਦੀ ਸੇਵਾ ਵਾਸਤੇ ਨੌਕਰੀ ਕਰ ਰਿਹਾ ਸੀ ਇੱਕ ਭਾਈ ਗੁਰਬਚਨ ਸਿੰਘ। ਇਹ ਕਾਲਪਿਕ ਨਾਮ ਹੈ, ਅਸਲੀ ਨਾਮ ਇੱਥੇ ਮੈਂ ਨਹੀਂ ਦੇ ਰਿਹਾ। ਇਹ ਗੁਰਬਚਨ ਸਿੰਘ ਨਾਮੀ ਬੰਦਾ ਭਾਵੇਂ ਹੈ ਤਾਂ ਚਪੜਾਸੀ ਦੀ ਸੇਵਾ 'ਤੇ ਲੱਗਿਆ ਹੋਇਆ ਸੀ, ਪਰ ਸਮਝਦਾਰ ਬਹੁਤ ਸੀ। ਵਿਹਲੇ ਵਕਤ ਮੈਂ ਇਸ ਨਾਲ ਹਰ ਤਰ੍ਹਾਂ ਦੇ ਸਵਾਲ ਜਵਾਬ ਕਰਨੇ। ਇਸ ਨੇ ਬੜੀਆਂ ਪਤੇ ਦੀਆਂ ਗੱਲਾਂ ਦੱਸਣੀਆਂ। ਗੁਰਦੁਆਰਿਆਂ ਵਿੱਚ ਜੋ ਧਾਂਦਲੀਆਂ ਹੋ ਰਹੀਆਂ ਹਨ, ਪ੍ਰਬੰਧਕ ਕਿੰਨੇ ਭ੍ਰਿਸ਼ਟ ਅਤੇ ਆਚਰਣਹੀਣ ਨੇ, ਮੁਲਾਜ਼ਮਾਂ ਦੀ ਕਿੰਨੀ ਦੁਰਦਸ਼ਾ ਹੈ, ਇਸ ਨੇ ਬਹੁਤ ਕੁਝ ਮੈਨੂੰ ਦੱਸਣਾ। ਸੀਸਗੰਜ ਅਤੇ ਬੰਗਲਾ ਸਾਹਿਬ ਗੁਰਦੁਆਰੇ ਵਿੱਚ ਥਾਂ ਦੀ ਘਾਟ ਹੈ। ਰਕਾਬਗੰਜ ਗੁਰਦੁਆਰੇ ਵਿੱਚ ਜਗ੍ਹਾ ਬਹੁਤ ਖੁੱਲ੍ਹੀ ਹੈ। ਗੱਡੀਆਂ ਪਾਰਕ ਕਰਨ ਦੀ ਕੋਈ ਇੱਥੇ ਸਮੱਸਿਆ ਨਹੀਂ ਹੈ। ਇਸ ਲਈ ਜਦੋਂ ਦਿੱਲੀ ਕਿਸੇ ਪ੍ਰੋਗਰਾਮ 'ਤੇ ਆਉਣਾ ਤਾਂ ਜਥੇਦਾਰ ਜੀ ਨੇ ਰਕਾਬਗੰਜ ਸਾਹਿਬ ਜਾ ਕੇ ਹੀ ਰਾਤ ਕੱਟਣੀ, ਉੱਥੇ ਹੀ ਠਹਿਰਨਾ। ਇੱਕ ਦਿਨ ਰਾਤ ਦੇ ਪ੍ਰੋਗਰਾਮ 'ਤੇ ਜਾਣ ਲਈ ਆਪਣੀ ਰਿਹਾਇਸ਼ ਤੋਂ ਤਿਆਰ ਹੋ ਕੇ ਜਥੇਦਾਰ ਜੀ ਗੱਡੀ ਕੋਲ ਆ ਖਲੋਤਾ। ਇੱਥੇ ਹੀ ਗੁਰਦੁਆਰੇ ਦਾ ਸੇਵਾਦਾਰ ਗੁਰਬਚਨ ਸਿੰਘ ਸਾਡੇ ਕੋਲ ਖੜਾ ਗੱਲਾਂ ਬਾਤਾਂ ਕਰ ਰਿਹਾ ਸੀ। ਘੁੱਟਕ ਸ਼ਰਾਬ ਲਾ ਕੇ ਇਹ ਟੱਲੀ ਹੋਇਆ ਫਿਰਦਾ ਸੀ। ਬੜੇ ਜੋਸ਼ ਨਾਲ ਗੱਲਾਂ ਸੁਣਾ ਰਿਹਾ ਸੀ। ਅਸੀਂ ਸੇਵਾਦਾਰ ਕਦੀ ਕਦਾਈ ਕੋਈ ਸਵਾਲ ਕਰਦੇ, ਪ੍ਰਬੰਧਕਾਂ ਬਾਰੇ, ਪ੍ਰਚਾਰਕਾਂ ਬਾਰੇ, ਯਾਤਰੂਆਂ ਬਾਰੇ। ਉਹ ਪੋਤੜੇ ਫਰੋਲ ਕੇ ਰੱਖ ਦਿੰਦਾ ਸੀ ਸਾਰਿਆਂ ਦੇ। 50 ਕੁ ਸਾਲ ਦੀ ਉਮਰ ਸੀ। ਜ਼ਿੰਦਗੀ ਦਾ ਵਿਸ਼ਾਲ ਤਜਰਬਾ ਸੀ ਉਸ ਕੋਲ। ਬਸ ਇੱਕ ਐਬ ਸੀ ਜੋ ਉਸ ਨੂੰ ਲੱਗ ਚੁੱਕਿਆ ਸੀ। ਉਹ ਅਫਸੋਸਨਾਕ ਸੀ ਸ਼ਰਾਬ ਦਾ ਐਬ। ਅਗਰ ਇਸ ਤੋਂ ਬਚ ਜਾਂਦਾ ਤਾਂ ਨਿਰਾ ਸੋਨਾ ਸੀ, ਸੋਨਾ। ਹਾਂਜੀ, ਜਥੇਦਾਰ ਉਸ ਦੀਆਂ ਤੋਤੇ ਵਾਂਗ ਬੋਲਦੇ ਦੀਆਂ ਗੱਲਾਂ ਕੁਝ ਦੇਰ ਪਾਸੇ ਖਲੋ ਕੇ ਸੁਣਦਾ ਰਿਹਾ। ਜਦੋਂ ਗੁਰਬਚਨ ਸਿੰਘ ਨੇ ਵੇਖਿਆ ਕਿ ਪਿੱਛੇ ਜਥੇਦਾਰ ਖੜਾ ਹੈ ਤਾਂ ਉਸਨੇ ਹੱਥ ਜੋੜ ਕੇ ਫਤਿਹ ਬੁਲਾ ਦਿੱਤੀ, ਸਿਰ ਝੁਕਾ ਦਿੱਤਾ। ਜਥੇਦਾਰ ਬੋਲ ਪਿਆ, ਓਏ ਤੂੰ ਸ਼ਰਾਬ ਪੀਤੀ ਹੋਈ ਐ? ਗੁਰਦੁਆਰੇ ਦੇ ਅੰਦਰ ਗੁਰੂ ਘਰ ਦਾ ਸੇਵਾਦਾਰ ਹੋ ਕੇ ਤੈਨੂੰ ਸ਼ਰਮ ਨਹੀਂ ਆਉਂਦੀ? ਗੁਰਬਚਨ ਸਿੰਘ ਬੋਲਿਆ, ਜਥੇਦਾਰ ਜੀ ਛੱਡੋ ਇਹਨਾਂ ਗੱਲਾਂ ਨੂੰ। ਵੱਡੇ ਬੰਦੇ ਛੋਟੀਆਂ ਗੱਲਾਂ ਵਿੱਚ ਨਹੀਂ ਉਲਝਿਆ ਕਰਦੇ। ਪਰੇਸ਼ਾਨ ਹੋਵੋਗੇ, ਵਕਤ ਖਰਾਬ ਕਰੋਗੇ। ਤੁਹਾਡੀ ਕਥਾ ਦੇ ਵਿੱਚ ਮੂਡ ਠੀਕ ਨਹੀਂ ਰਹਿਣਾ। ਜਾਓ, ਤੁਸੀਂ ਲੇਟ ਹੋ ਰਹੇ ਹੋ। ਜਥੇਦਾਰ ਬੋਲਿਆ, ਮੈਂ ਪ੍ਰਧਾਨ ਜੀ ਨੂੰ ਤੇਰੀ ਸ਼ਿਕਾਇਤ ਕਰਦਾ। ਜਦੋਂ ਨੌਕਰੀ ਤੋਂ ਹਟਾ ਦਿੱਤਾ ਨਾ, ਫਿਰ ਤੈਨੂੰ ਪਤਾ ਲੱਗੇਗਾ ਕਿਵੇਂ ਵਿਕਦੀ ਹੈ। ਗੁਰਬਚਨ ਸਿੰਘ ਬੋਲਿਆ, ਜਥੇਦਾਰ ਜੀ ਮੈਂ ਤੁਹਾਡੇ ਅਹੁਦੇ ਦਾ ਸਤਿਕਾਰ ਕਰਦੇ ਹਾਂ, ਗੱਲ ਨੂੰ ਆਈ ਗਈ ਕਰਨੀ ਚਾਹੁੰਦਾ ਸਾਂ, ਪਰ ਤੁਸੀਂ ਅੱਗੇ ਹੀ ਵਧਦੇ ਜਾ ਰਹੇ ਹੋ। ਲਓ, ਧਿਆਨ ਨਾਲ ਸੁਣ ਲਓ। ਪ੍ਰਧਾਨ ਜੀ ਕੋਲ ਮੇਰੀ ਸ਼ਿਕਾਇਤ ਕਰੋਗੇ? ਪ੍ਰਧਾਨ ਖੁਦ ਸ਼ਰਾਬ ਪੀਂਦਾ ਹੈ। ਅਸੀਂ ਸੇਵਾਦਾਰ ਹਰ ਰੋਜ਼ ਉਸ ਦੇ ਘਰ ਆਉਂਦੇ ਜਾਂਦੇ ਹਾਂ। ਉਹ ਸ਼ਰਾਬ ਵੀ ਗੁਰੂ ਕੀ ਗੋਲਕ ਵਾਲੀ ਮਾਇਆ ਦੀ ਹੀ ਪੀਤੀ ਜਾਂਦੀ ਹੈ। ਕਈ ਪ੍ਰਧਾਨਾਂ ਜਾਂ ਮੈਂਬਰਾਂ ਦੇ ਸ਼ਰਾਬ ਦੇ ਕਾਰੋਬਾਰ ਹਨ। ਚੋਣਾਂ ਵਕਤ ਸ਼ਰੇਆਮ ਸ਼ਰਾਬ ਦੀਆਂ ਪੇਟੀਆਂ ਵੱਡੀਆਂ ਜਾਂਦੀਆਂ ਹਨ। ਦਿੱਲੀ ਬਾਰੇ ਸ਼ਾਇਦ ਜਥੇਦਾਰ ਜੀ ਤੁਹਾਨੂੰ ਘੱਟ ਜਾਣਕਾਰੀ ਹੋਵੇਗੀ। ਅੰਮ੍ਰਿਤਸਰ ਵਾਲੀ ਕਮੇਟੀ ਵੀ ਸ਼ਰਾਬ ਦੇ ਦਰਿਆ ਵਿੱਚ ਗਰਕ ਹੋ ਚੁੱਕੀ ਹੋਈ ਹੈ। ਜਥੇਦਾਰ ਜੀ ਤੁਸੀਂ ਸ਼ਾਇਦ ਜਾਣ ਕੇ ਅਣਜਾਣ ਬਣਦੇ ਹੋ। ਆਹ ਗੁਰਦੁਆਰਿਆਂ ਦੀਆਂ ਆਲੀਸ਼ਾਨ ਸੰਗਮਰਮਰੀ ਇਮਾਰਤਾਂ ਭਾਈ ਲਾਲੋ ਦੇ ਦਿਹਾੜੀ ਵਿੱਚੋਂ ਨਹੀਂ ਬਣਦੀਆਂ। ਸ਼ਰਾਬੀਆਂ, ਸਮਗਲਰਾਂ, ਰਿਸ਼ਵਤਖੋਰਾਂ, ਬਲੈਕੀਆਂ ਦੀ ਕਮਾਈ ਵਿੱਚੋਂ ਬਣਦੀਆਂ ਨੇ। ਲੰਗਰ ਪੰਜੀ ਦਸੀਂ ਗੋਲਕ ਵਿੱਚ ਪਾਉਣ ਨਾਲ ਨਹੀਂ ਚੱਲਦੇ। ਬੇਰਹਿਮ ਸੂਦਖੋਰਾਂ ਅਤੇ ਗਰੀਬਾਂ ਦਾ ਰੱਤ ਪੀਣਿਆਂ ਦੇ ਸਿਰੋਂ ਚੱਲਦੇ ਹਨ। ਆਹ ਤੁਹਾਡੀ ਤਨਖਾਹ, ਚਮਚਮ ਕਰਦੀ ਗੱਡੀ, 4-5 ਸੇਵਾਦਾਰ, ਸ਼ਾਨਦਾਰ ਚਮਕਦੇ ਚੋਲੇ, ਤੁਹਾਡੇ ਬੱਚਿਆਂ ਦੀ ਪੜ੍ਹਾਈ, ਤੁਹਾਡੀ ਕੀਮਤੀ ਕੋਠੀ ਆਦਿ ਲਈ ਪੈਸਾ ਜਥੇਦਾਰ ਜੀ ਕਿੱਥੋਂ ਆਉਂਦਾ ਹੈ, ਦੱਸ ਸਕੇਗੋ? 2 ਨੰਬਰ ਦੀ ਕਮਾਈ ਕਰਨ ਵਾਲੇ ਅਗਰ ਗੁਰਦੁਆਰਿਆਂ ਵਿੱਚ ਦਿਲ ਖੁੱਲ੍ਹ ਕੇ ਦਾਨ ਨਾ ਕਰਨ, ਤੁਹਾਡੀਆਂ ਸਾਰੀਆਂ ਸਹੂਲਤਾਂ ਅੱਜ ਹੀ ਬੰਦ ਹੋ ਜਾਣਗੀਆਂ। ਮੈਂ ਸ਼ਰਾਬੀ ਹਾਂ, ਆਪਣੇ ਆਪ ਨੂੰ ਅਪਰਾਧੀ ਮੰਨਦਾ ਹਾਂ। ਮੈਂ ਗੁਰਬਚਨ ਸਿੰਘ ਆਪਣੀ ਤਨਖਾਹ ਵਿੱਚੋਂ ਥੋੜ੍ਹੀ ਜਿਹੀ ਸ਼ਰਾਬ ਪੀਂਦਾ ਹਾਂ। ਖੁਦ ਨੂੰ ਫਿਰ ਵੀ ਮੈਂ ਕਸੂਰਵਾਰ ਮੰਨਦਾ ਹਾਂ। ਪਰ ਤੁਸੀਂ ਪੁਜਾਰੀ ਲੋਕ ਸੰਗਤਾਂ ਨੂੰ ਸ਼ਰਧਾ ਵਾਲੇ ਧਰਮ ਜਾਲ ਵਿੱਚ ਫਸਾ ਕੇ ਉਹਨਾਂ ਦਾ ਖੂਨ ਨਿਚੋੜ ਕੇ ਪੀਂਦੇ ਹੋ। ਸਟੇਜ ਤੇ 1 ਰੁਪਇਆ 2 ਰੁਪਏ ਰੱਖਣ ਵਾਲੇ ਅਮੀਰ ਨਹੀਂ ਹੁੰਦੇ। ਅਮੀਰ ਤਾਂ 50 ਜਾਂ 100 ਰੁਪਏ ਅੱਗੇ ਰੱਖਦਾ ਹੈ। ਇਹ ਵਿਚਾਰੇ ਗਰੀਬ ਲੋਕ ਆਪਣੇ ਖੂਨ ਪਸੀਨੇ ਦੀ ਕਮਾਈ ਤੁਹਾਡੇ ਅੱਗੇ ਸਟੇਜ ਤੇ ਰੱਖਦੇ ਹਨ। ਤੁਸੀਂ ਪੁਜਾਰੀ ਲੋਕ ਗਰੀਬਾਂ ਦਾ ਖੂਨ ਪੀਂਦੇ ਹੋ। ਕਦੀ ਮਨ ਅੰਦਰ ਗਿਲਾਨੀ ਪੈਦਾ ਹੋਈ ਹੈ ਤੁਹਾਡੇ ਅੱਜ ਤੱਕ? ਕਦੀ ਕਿਸੇ ਗਰੀਬ ਦੇ ਘਰ ਜਾ ਕੇ ਉਸ ਦੀ ਲੋੜ ਪੂਰੀ ਕੀਤੀ ਹੈ ਤੁਸੀਂ? ਕਦੀ ਕਿਸੇ ਗਰੀਬ ਅਨਾਥ ਦੀ ਫੀਸ ਭਰ ਕੇ ਪੜ੍ਹਨ ਵਿੱਚ ਸਹਾਇਤਾ ਕੀਤੀ ਹੈ? ਸੰਨ 84 ਤੋਂ ਲੈ ਕੇ 94 ਤੱਕ
ਮਾਰੇ ਗਏ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਦੀ ਕਦੀ ਖਬਰਸਾਰ ਲਈ ਹੈ? ਜ਼ਾਲਮ ਸਰਕਾਰ ਦੇ ਵਿਰੁੱਧ ਕਦੀ ਇੱਕ ਸ਼ਬਦ ਵੀ ਆਪਣੀ ਜ਼ਬਾਨ ਤੋਂ ਬੋਲਿਆ ਜਥੇਦਾਰ ਜੀ? ਜੀ ਨਹੀਂ, ਤੁਸੀਂ ਤਾਂ ਬਸ ਚਿਮਟੇ ਢੋਲਕੀਆਂ ਖੜਕਾ ਰਹੇ ਹੋ, ਪਾਠ ਤੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਰਹੇ ਹੋ। ਤੁਸੀਂ ਸਾਰੇ ਪ੍ਰਚਾਰਕ ਮੋਮੋ ਠਗਣੀਆਂ ਨਾਲ ਭੋਲੇ ਲੋਕਾਂ ਦਾ ਲੁੱਟ ਕਰ ਰਹੇ ਹੋ। ਵੱਡੇ ਲੋਕਾਂ ਦੀ ਵੱਡੀ ਲੁੱਟ, ਛੋਟੇ ਲੋਕਾਂ ਦੀ ਛੋਟੀ ਲੁੱਟ। ਜਥੇਦਾਰ ਕੜਕ ਪਿਆ। ਉਹ ਬਸ ਕਰ, ਕਿਉਂ ਬੱਕ ਲਾਈ ਹੈ? ਕਥਾ ਦਾ ਸਾਰਾ ਮੂਡ ਹੀ ਖਰਾਬ ਕਰ ਦਿੱਤਾ। ਡਰਾਈਵਰ ਵੱਲ ਇਸ਼ਾਰਾ ਕਰਕੇ ਜਥੇਦਾਰ ਬੋਲਿਆ, ਚੱਲ ਭਾਈ, ਸੰਗਤਾਂ ਉਡੀਕ ਰਹੀਆਂ ਨੇ, ਪਤਾ ਨਹੀਂ ਕਿਵੇਂ ਭਰਤੀ ਹੋ ਜਾਂਦੇ ਨੇ ਅਜਿਹੇ ਲੋਕ, ਇਹਨਾਂ ਤੋਂ ਦੂਰ ਹੀ ਰਿਹਾ ਜਾਵੇ ਤਾਂ ਚੰਗਾ ਹੈ। ਆਖੋ ਸਤਨਾਮ।